ਸਤਿ ਸ਼੍ਰੀ ਅਕਾਲ ਜੀ। ਲੌਂਗ ਵੀਕਐਂਡ ਹੈ ਕੈਨੇਡਾ ਦੇ ਵਿੱਚ, ਇਸ ਕਰਕੇ ਬਹੁਤੇ ਪ੍ਰੋਗਰਾਮ ਪ੍ਰਸਾਰਿਤ ਨਹੀਂ ਹੋ ਰਹੇ। ਅੱਜਨਾਮਾ ਦੇ ਉੱਤੇ ਗੈਰ ਹਾਜ਼ਰੀ ਰਹੇਗੀ ਅੱਜ, ਕਿਉਂਕਿ ਬਾਕੀ ਸਟਾਫ ਨੇ ਛੁੱਟੀ ਕਰਨੀ ਹੁੰਦੀ ਹੈ। ਕਨੈਕਟ FM ਜੋ ਕਿ ਸਰੀ ਤੋਂ ਬ੍ਰੌਡਕਾਸਟ ਹੁੰਦਾ, ਉਹਦੇ ਵਿੱਚ ਵੀ ਛੁੱਟੀ ਰਹੇਗੀ। ਤੋ ਕਿਉਂਕਿ ਸਾਡੀ ਲਾਈਨ ਇਸ ਤਰ੍ਹਾਂ ਦੀ ਹੈ ਕਿ ਇਹਦੇ ਵਿੱਚ ਛੁੱਟੀ ਨਹੀਂ ਹੁੰਦੀ। ਮਤਲਬ ਕਿ ਤੁਹਾਨੂੰ ਇੱਕ ਐਸੀ ਉਪਲ ਛਿੱਥੀ ਲੱਗੀ ਰਹਿੰਦੀ ਆ ਖਬਰਾਂ ਦੇ ਸਿਲਸਿਲੇ ਦੇ ਵਿੱਚ, ਚਾਹੇ ਉਹ ਸ਼ਨਿਚਰਵਾਰ ਹੈ, ਚਾਹੇ ਉਹ ਐਤਵਾਰ ਹੈ, ਕੋਈ ਦਿਨ ਤਿਉਹਾਰ ਹੈ, ਉਹਦੇ ਤੋਂ ਤੁਸੀਂ ਕਦੀ ਐਬਸੈਂਟ ਹੋ ਹੀ ਨਹੀਂ ਸਕਦੇ ਕਿ ਕੀ ਕੁਝ ਚੱਲ ਰਿਹਾ, ਅੱਜ ਕੀ ਹੋਣਾ, ਨਵਾਂ ਕੀ ਹੋਇਆ, ਕਿਹਨੇ ਕੀ ਕਹਿ ਦਿੱਤਾ, ਉਹ ਸਾਰਾ ਕੁਝ ਚੱਲੀ ਜਾਂਦਾ। ਕੁਝ ਅਪਡੇਟ ਕਰਦੇ ਹਾਂ, ਕੁਝ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਤੇ YouTube ਦੇ ਰਾਹੀਂ ਸਹੀ ਜਰੀਏ ਹੈਗੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ, ਤਾਂ ਕਿ ਇੱਕ ਤਾਂ ਅਪਡੇਟ ਤੁਹਾਨੂੰ ਹੋ ਜਾਵੇ, ਤੁਹਾਡੇ ਨਾਲ ਹਾਜ਼ਰੀ ਲੱਗ ਜਾਵੇ, ਤੁਹਾਨੂੰ ਇਹ ਮਹਿਸੂਸ ਨਾ ਹੋਵੇ ਕਿ ਲੌਂਗ ਵੀਕਐਂਡ ਦੇ ਉੱਤੇ ਸਾਨੂੰ ਕੁਝ ਬਹੁਤਾ ਪਤਾ ਨਹੀਂ ਲੱਗਿਆ। ਕੱਲ ਤੋਂ ਭੋਗ ਪਾਇਆ ਜਾਣਾ ਉਹਨਾਂ ਕਿਸਾਨਾਂ ਦਾ ਜਿਨ੍ਹਾਂ ਦੀ ਮੌਤ ਭਾਰਤੀ ਜਨਤਾ ਪਾਰਟੀ ਦੇ ਸੈਂਟਰ ਦੇ ਵਿੱਚ ਆਗੂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਮੁੰਡੇ ਨੇ ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਸੀ। ਕੱਲ ਨੂੰ ਅਪੀਲ ਕੀਤੀ ਗਈ ਆ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਿ ਤੁਸੀਂ ਜਿੱਥੇ ਵੀ ਹੋ ਉੱਥੇ ਨਹੀਂ, ਲਖੀਮਪੁਰ ਬਹੁਤ ਵੱਡਾ ਇਕੱਠ ਹੋਊਗਾ ਕੱਲ ਨੂੰ ਸੰਯੁਕਤ ਕਿਸਾਨ ਮੋਰਚੇ ਦਾ। ਇੱਕ ਤਾਂ ਭੋਗ ਇੰਡੀਵਿਜੂਅਲ ਤੌਰ ਦੇ ਉੱਤੇ ਪਾਏ ਜਾਣਗੇ, ਦੂਸਰਾ ਸਾਂਝੇ ਤੌਰ ਦੇ ਉੱਤੇ ਇੱਕ ਅੰਤਮ ਅਰਦਾਸ ਸਮਾਰੋਹ ਕੀਤਾ ਜਾ ਰਿਹਾ। ਇਹਨੂੰ ਕਿਸਾਨ ਸ਼ਹੀਦ ਦਿਵਸ ਦੇ ਤੌਰ ਦੇ ਉੱਤੇ ਇਕੱਤਰ ਹੋਣਗੇ ਕਿਸਾਨ। ਕੱਲ ਸ਼ਾਮ ਨੂੰ ਮੂੰਹ ਨੇਰੇ ਜਦੋਂ ਵੀ ਤੁਹਾਡਾ ਸਮਾਂ ਲੱਗੇ, ਜਿੱਥੇ ਵੀ ਹੋ ਤੁਸੀਂ, ਇੱਕ ਮੋਮਬੱਤੀ ਜਾਂ ਇੱਕ ਦੀਵਾ ਉਹਨਾਂ ਵਿਛੜ ਗਏ ਕਿਸਾਨਾਂ ਦੇ ਵਾਸਤੇ ਜ਼ਰੂਰ ਬਾਲਣਾ। ਉਹ ਸ਼ਹੀਦ ਨੇ ਇਸ ਅੰਦੋਲਨ ਦੇ, ਉਹਦੇ ਵਾਸਤੇ ਜ਼ਰੂਰ ਬਾਲਣਾ। ਇਹ ਅਪੀਲ ਕਿਸਾਨ ਮੋਰਚੇ ਦੇ ਵੱਲੋਂ ਵੀ ਹੈ। ਉਂਝ ਵੀ ਇਹ ਹੈ ਕਿ ਤੁਹਾਨੂੰ ਵੀ ਇੰਨੀ ਇੱਕ ਡਿਊਟੀ ਬਣਦੀ ਹੈ ਕਿ ਆਪਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸ਼ਮੂਲੀਅਤ ਕਰੀਏ। ਉਹਨਾਂ ਪਰਿਵਾਰਾਂ ਨੂੰ ਇਹ ਲੱਗੇ ਕਿ ਸਾਡੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਖੜੇ ਨੇ। ਇਹ ਇੱਕ ਤਾਂ ਅਪਡੇਟ ਹੈ। ਦੂਸਰੀ ਜਿਹੜੀ ਲਖੀਮਪੁਰ ਖੀਰੀ ਵਾਲਾ ਜਿਹੜਾ ਮਾਮਲਾ, ਉਹਦੇ ਵਿੱਚ ਅਪਡੇਟ ਇਹ ਆ ਕਿ ਜਿਹੜੀ SIT ਆ ਉਹਦੇ ਹੱਥ ਹੁਣ ਕੁਝ ਸਬੂਤ ਲੱਗੇ ਨੇ। ਇੱਕ ਤਾਂ ਜਿਹੜਾ ਅਜੇ ਮਿਸ਼ਰਾ, ਕੱਲ ਉਹਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਸੀਗਾ, ਅੱਜ ਉਹਨੂੰ ਉਹਦੇ ਵਾਸਤੇ ਰਿਮਾਂਡ ਮੰਗਿਆ ਗਿਆ, ਕਿਉਂਕਿ ਇਹ ਰਿਮਾਂਡ ਆਸ਼ੀਸ਼ ਮਿਸ਼ਰਾ ਦਾ ਉੱਚ ਅਦਾਲਤ ਤੋਂ ਮੰਗਿਆ ਜਾਣਾ ਸੀਗਾ, ਕਿਉਂਕਿ ਜਦੋਂ ਉਹਨੂੰ ਪੇਸ਼ ਕੀਤਾ ਗਿਆ 24 ਘੰਟੇ ਦੇ ਵਿੱਚ ਪੇਸ਼ ਕਰਨਾ ਹੁੰਦਾ, ਉਹਨੂੰ ਹੇਠਲੀ ਅਦਾਲਤ ਦੇ ਜੱਜ ਦੇ ਕੋਲ ਪੇਸ਼ ਕੀਤਾ ਗਿਆ, ਜਦੋਂ ਕਿ ਡਿਸਟ੍ਰਿਕਟ ਜਿਹੜੇ ਕੋਰਟ ਹੈ ਉਹਨਾਂ ਦੇ ਜੱਜ ਦੇ ਕੋਲੇ ਪੇਸ਼ ਕਰਨਾ ਸੀ। ਉੱਥੇ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਮੰਗਿਆ। 14 ਦਿਨ ਦਾ ਰਿਮਾਂਡ ਤਾਂ ਨਹੀਂ ਉਹਦਾ ਮਿਲਿਆ, ਪਰ 3 ਦਿਨ ਦਾ ਰਿਮਾਂਡ ਉਹਦਾ ਮਿਲਿਆ। ਹੁਣ ਵੇਖਣਾ ਇਹ ਹੋਊਗਾ ਕਿ ਜਦੋਂ SIT ਨੇ ਉਹਦੇ ਤੋਂ ਪੁੱਛਗਿੱਛ ਕੀਤੀ ਆ, ਬੜੀ ਲੰਬੀ ਪੁੱਛਗਿੱਛ ਕੀਤੀ ਆ, ਹੁਣ ਤੱਕ ਦੀ SIT ਦੀ ਸਭ ਤੋਂ ਲੰਬੀ ਪੁੱਛਗਿੱਛ ਹੈ ਕਿਸੇ ਵੀ SIT ਦੀ। ਕੋਈ 12.5 ਘੰਟੇ 13 ਘੰਟੇ ਦੇ ਕਰੀਬ, 12 ਵਾਰੀ ਬਿਸਕੁਟ ਤੇ ਚਾਹ ਉਹਦੇ ਵਿੱਚ ਗਏ। ਸੋ ਜਿਵੇਂ SIT ਦੀ ਪੁੱਛਗਿੱਛ ਹੈ, ਦੇਖਦੇ ਹਾਂ ਕਿ ਇਹ ਜਿਹੜਾ ਰਿਮਾਂਡ ਦੇ ਉੱਤੇ ਆ ਉਹਦੇ ਵਿੱਚ ਉਹਨੂੰ VIP ਟ੍ਰੀਟਮੈਂਟ ਦਿੱਤਾ ਜਾਂਦਾ ਜਾਂ ਉਹਦੇ ਤੋਂ ਵਾਕਿਆ ਪੁੱਛਗਿੱਛ ਕੀਤੀ ਜਾਂਦੀ ਹੈ। ਕੁਝ ਸਬੂਤ ਇਹ ਲੱਗੇ ਆ ਕਿ 2 ਦੁਕਾਨਾਂ ਦੇ CCTV ਕੈਮਰੇ, ਉੱਥੋਂ ਫੁਟੇਜ ਮਿਲੀ ਹੈ, ਕੁਝ DVR ਜ਼ਬਤ ਕੀਤੇ ਆ ਸਿੱਟ ਨੇ। ਇਹਦੇ ਮੁਤਾਬਕ ਜਿਹੜੀ ਤਕੁਨੀਆਂ ਦੇ ਵਿੱਚ ਜਦੋਂ ਹਿੰਸਾ ਹੋਈ, ਉਸ ਵੇਲੇ ਅਜੇ ਮਿਸ਼ਰਾ ਦਾ ਜਿਹੜਾ ਮੁੰਡਾ ਆਸ਼ੀਸ਼ ਮਿਸ਼ਰਾ, ਉਹ ਘਟਨਾ ਵਾਲੀ ਜਗ੍ਹਾ ਦੇ ਉੱਤੇ ਮੌਜੂਦ ਸੀ। ਇਹ ਉਹਨਾਂ ਕੈਮਰਿਆਂ ਦੀ ਫੁਟੇਜ ਦੇ ਵਿੱਚ ਪਤਾ ਲੱਗਾ। ਉਹਨੇ ਉਸ ਵੇਲੇ ਚਿੱਟੀ ਸ਼ਰਟ ਪਾਈ ਹੋਈ ਸੀਗੀ। CCTV ਫੁਟੇਜ ਦੇ ਵਿੱਚ ਇਹ ਵੀ ਸਾਰਾ ਕੁਝ ਬੜਾ ਕਲੀਅਰ ਦਿਸ ਰਿਹਾ
ਜਿਹੜੇ ਉੱਥੋਂ ਦੇ ਚਸ਼ਮਦੀਦ ਸੀ ਉਹ ਵੀ ਇਹੀ ਗੱਲ ਪਹਿਲਾਂ ਕਹਿੰਦੇ ਸੀਗੇ। ਇੱਥੋਂ ਤੱਕ ਇੱਕ ਚਸ਼ਮਦੀਦ, ਜੇ ਤੁਸੀਂ ਕਾਰਵਾਂ ਦੀ ਰਿਪੋਰਟ ਪੜ੍ਹੀ ਹੈ, ਜਤਿੰਦਰ ਤੋੜੋਹਰਾ ਦੀ ਬੜੀ ਵਿਸਥਾਰਤ ਇਹ ਰਿਪੋਰਟ ਹੈ, ਨਹੀਂ ਪੜ੍ਹੀ ਤੇ ਪੜ੍ਹਨਾ, ਪੰਜਾਬੀ ਦੇ ਵਿੱਚ ਉੜੱਥਾ ਪੜ੍ਹਨਾ ਹੈ ਤਾਂ ਮੇਰੇ ਫੇਸਬੁੱਕ ਪੇਜ ਦੇ ਉੱਤੇ ਪਈ ਹੈ, ਕਾਈਂਡਲੀ ਉਹਨੂੰ ਪੜ੍ਹਨਾ, ਉਹਨੂੰ ਸ਼ੇਅਰ ਕਰਨਾ। ਉਹਦੇ ਹੇਠ ਉਹਦਾ ਇੰਗਲਿਸ਼ ਦਾ ਲਿੰਕ ਵੀ ਮੈਂ ਲਾਇਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਵੀ, ਕਿਉਂਕਿ ਉਹ ਹੂਬਹੂ ਵਰਡ ਟੂ ਵਰਡ ਉਹਦੀ ਪੰਜਾਬੀ ਤਰਜਮਾ ਕੀਤਾ ਗਿਆ। ਉਹਦੇ ਵਿੱਚ ਉੱਥੋਂ ਦਾ ਇੱਕ ਲੋਕਲ ਪੱਤਰਕਾਰ, ਉਹਨੇ ਬੜੀ ਜੁਰਤ ਦੇ ਨਾਲ, ਉਹ ਚਸ਼ਮਦੀਦ ਹੈ, ਉਹਨੇ ਇਹ ਗੱਲ ਦੱਸੀ ਹੈ ਕਿ ਇਹਨੂੰ ਉੱਥੇ ਫੜ ਲਿਆ ਗਿਆ ਸੀਗਾ ਔਰ ਉਹ ਇਹ ਵੀ ਕਹਿੰਦਾ ਕਿ ਜਿਹੜਾ 19 ਸਾਲ ਦੇ ਨੌਜਵਾਨ ਦੀ ਮੌਤ ਹੋਈ ਆ ਉਹਨੂੰ ਗੋਲੀ ਮਾਰੀ ਗਈ ਆ ਕਿਉਂਕਿ ਉਹਨੇ ਇਹਨੂੰ ਫੜ ਲਿਆ ਸੀਗਾ ਉੱਥੇ ਘਟਨਾ ਵਾਲੀ ਜਗ੍ਹਾ ਦੇ ਉੱਤੇ। ਇਹ ਬਹੁਤ ਅਹਿਮ ਇੱਕ ਮੋੜ ਹੈ ਇਹਦੇ ਵਿੱਚ, ਉਸ ਪੱਤਰਕਾਰ ਦੇ ਵੱਲੋਂ ਜੁਰਤ ਦੇ ਨਾਲ, ਜਿਹੜਾ ਲੋਕਲ ਪੱਤਰਕਾਰ ਹੈ ਉਹਨੇ ਜਿਹੜੇ ਇਹ ਬਿਆਨ ਦਿੱਤਾ। ਤੇ ਹੁਣ ਜਿਹੜੇ CCTV ਕੈਮਰਿਆਂ ਦੀ ਫੁਟੇਜ ਮਿਲੀ ਆ, ਜਿਹੜਾ DVR ਜ਼ਬਤ ਕੀਤਾ, ਉਹਦੇ ਵਿੱਚ ਵੀ ਇਸ ਗੱਲ ਦੀ ਪੁਸ਼ਟੀ ਹੋ ਰਹੀ ਆ ਕਿ ਆਸ਼ੀਸ਼ ਮਿਸ਼ਰਾ ਉਸ ਜਗ੍ਹਾ ਦੇ ਉੱਤੇ ਮੌਜੂਦ ਸੀਗਾ। ਡਰਾਈਵਰ ਹਰੀਓਮ ਦੇ ਉਹਦੇ ਪੀਲੇ ਰੰਗ ਦੀ ਜਿਹੜੀ ਸ਼ਰਟ ਆ ਉਹ ਪਾਈ ਹੋਈ ਸੀ, ਜਿਹੜੀ ਉਹਦੀ ਡੈੱਡ ਬੋਡੀ ਮਿਲੀ ਆ ਕਿਉਂਕਿ ਉਹਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀਗਾ। ਪੁਲਿਸ ਨੇ ਇੱਕ ਲਾਇਸੈਂਸੀ ਰਾਈਫਲ ਤੇ ਪਿਸਟਲ ਨੂੰ ਜ਼ਬਤ ਕੀਤਾ ਜਿਹਨੂੰ ਫੋਰੈਂਸਿਕ ਜਾਂਚ ਦੇ ਵਾਸਤੇ ਭੇਜਿਆ ਗਿਆ। ਇਹ ਦੋਨੋਂ ਅਸਲੇ ਆਸ਼ੀਸ਼ ਮਿਸ਼ਰਾ ਦੇ ਨਾਂ ਦੇ ਉੱਤੇ ਨੇ। ਹੁਣ ਫੋਰੈਂਸਿਕ ਜਾਂਚ ਦੇ ਵਿੱਚ ਕੀ ਗੜਬੜ ਕਰ ਦਿੱਤੀ ਜਾਂਦੀ ਆ, ਕੀ ਹੁੰਦੀ ਆ, ਉਹ ਬਾਅਦ ਵਾਲੀਆਂ ਗੱਲਾਂ ਨੇ, ਪਰ ਇਹ ਫੋਰੈਂਸਿਕ ਜਾਂਚ ਦੇ ਵਾਸਤੇ ਭੇਜੇ ਗਏ ਆ। ਇੱਕ ਮੋਬਾਈਲ ਜ਼ਬਤ ਕੀਤਾ ਗਿਆ ਔਰ ਜਿਵੇਂ ਤੁਹਾਨੂੰ ਦੱਸਿਆ ਕਿ 9 ਅਕਤੂਬਰ ਦੀ ਦੇਰ ਰਾਤ ਨੂੰ ਆਸ਼ੀਸ਼ ਨੂੰ ਗ੍ਰਿਫਤਾਰੀ ਉਹਦੀ ਪਾਈ ਗਈ ਸੀਗੀ ਔਰ ਆਸ਼ੀਸ਼ ਦੀ ਜਿਹੜੀ ਥਾਰ ਹੈ ਜੀਪ, ਇਹ 13 ਜੁਲਾਈ 2018 ਤੋਂ ਇਹਦੀ ਕੋਈ ਇੰਸ਼ੋਰੈਂਸ ਨਹੀਂ ਕਰਵਾਈ ਗਈ। ਤੁਸੀਂ ਬਿਨਾਂ ਇੰਸ਼ੋਰੈਂਸ ਤੋਂ ਗੱਡੀ ਚਲਾਓ ਤੇ ਪੁਲਿਸ ਤੁਹਾਡਾ ਫਿਰ ਕਿਵੇਂ ਚਲਾਨ ਕੱਟਦੀ ਆ, ਕਿੰਨੇ ਦਾ ਚਲਾਨ ਕੱਟਦੀ ਆ, ਕਿੰਨੇ 'ਚ ਪੈਂਦਾ ਉਹ ਤੁਹਾਨੂੰ, ਚਲਾਨ ਨਹੀਂ ਵੀ ਪੈਂਦਾ ਤੇ ਉਹਦੀ ਜੇਬ ਗਰਮ ਕਰਨੀ ਪੈਂਦੀ ਆ। VIP ਲੋਕ ਇਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ, ਉਹਦਾ ਇੰਸ਼ੋਰੈਂਸ ਹੀ ਨਹੀਂ ਹੈ। 13 ਜੁਲਾਈ 2018 ਤੋਂ ਔਰ ਮੋਟਰ ਵਹੀਕਲ ਐਕਟ ਦੇ ਤਹਿਤ ਵੀ ਹੁਣ ਕਾਰਵਾਈ ਹੋਊਗੀ ਕਿਉਂਕਿ ਸਾਰਾ ਕੁਝ ਪੜਿਆ ਜਾ ਰਿਹਾ। ਦੂਸਰਾ ਇਹਦੇ ਵਿੱਚ ਜਿਹੜਾ ਲਖੀਮਪੁਰ, ਜਿੱਥੇ ਇਹ ਸਾਰਾ ਕੁਝ ਵਾਪਰਿਆ, ਜਿੱਥੇ ਇੰਨੀਆਂ ਮੌਤਾਂ ਹੋਈਆਂ, ਕੱਲ੍ਹ ਨੂੰ, ਜਿੱਥੋਂ ਮੈਂ ਸਟਾਰਟਿੰਗ ਕੀਤੀ ਸੀ ਕਿ ਕੱਲ੍ਹ ਨੂੰ ਉੱਥੇ ਭੋਗ ਪਾਏ ਜਾਣਗੇ, ਅੰਤਮ ਅਰਦਾਸ ਇਹਨਾਂ ਕਿਸਾਨਾਂ ਦੀ ਕੀਤੀ ਜਾਊਗੀ। ਇੱਕ ਤਾਂ ਸਮਾਗਮ ਘਰਾਂ ਦੇ ਵਿੱਚ ਹੋਣਗੇ, ਸੈਕੰਡ ਇਹਦੇ ਵਿੱਚ ਜਿਹੜੇ ਸਮਾਗਮ ਨੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਸਾਂਝੇ ਤੌਰ ਦੇ ਉੱਤੇ ਇੱਕ ਸਮਾਗਮ ਕੀਤਾ ਜਾਊਗਾ। ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਕਿਸਾਨਾਂ ਦੇ ਪਹੁੰਚਣ ਦੀ ਆਸ ਹੈ। ਇਹ ਜਿੰਨੀ ਕੁ ਹਿਲਜੁਲ ਹੋਈ ਆ, ਇਹ ਕਿਸਾਨਾਂ ਦਾ ਦਬਾਓ ਕੰਮ ਕਰ ਰਿਹਾ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਚੋਣਾਂ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਇਸ ਵੇਲੇ ਜਿੰਨੀ ਤੇਜ਼ੀ ਦੇ ਨਾਲ ਇਹ ਕਿਸਾਨ ਅੰਦੋਲਨ ਜਿਹੜਾ ਉਹ ਫੈਲ ਗਿਆ, ਉੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਇਹ ਮੁਸ਼ਕਲ ਖੜੀ ਹੋ ਸਕਦੀ ਆ ਭਾਰਤੀ ਜਨਤਾ ਪਾਰਟੀ ਦੇ ਵਾਸਤੇ। ਹੁਣ ਇਹਦੇ ਵਾਸਤੇ ਉਹ ਕੀ ਕਰਦੀ ਆ, ਇਹਦੇ ਲਈ ਇੰਤਜ਼ਾਰ ਕਰਨਾ ਹੋਊਗਾ ਅਜੇ ਕਿ ਉਹ ਕੁਝ ਕਰ ਸਕਦੀ ਆ ਜਾਂ ਨਹੀਂ ਕਰ ਸਕਦੀ। ਅਡਾਨੀ ਪੋਰਟ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਰਿਹਾ, ਉਹ ਚਰਚਾ ਦੇ ਵਿੱਚ 3000 ਕਿਲੋ ਜਿਹੜੀ ਹੈਰੋਇਨ ਉੱਥੇ ਆਈ, ਉਹਦੀ ਵਜ੍ਹਾ ਕਰਕੇ ਚਰਚਾ ਦੇ ਵਿੱਚ ਰਿਹਾ। ਜਨਵਰੀ ਮਹੀਨੇ ਦੇ ਵਿੱਚ 2021 ਦੇ ਵਿੱਚ 197 ਕਿਲੋ ਡਰੱਗ ਮਿਲੀ ਸੀਗੀ ਅੰਮ੍ਰਿਤਸਰ ਦੇ ਵਿੱਚ ਅਨਵਰ ਮਸੀਹ ਦੇ ਘਰ ਤੋਂ, ਜਿਹੜਾ ਉਹ ਕਹਿੰਦਾ ਸੀਗਾ ਮੈਂ ਘਰ ਕਿਰਾਏ ਤੇ ਦਿੱਤਾ ਹੋਇਆ। ਮੈਂ ਪਿਛਲੇ ਦਿਨਾਂ ਦੱਸਿਆ ਸੀਗਾ ਕਿ ਇਹਦੀਆਂ ਤਾਰਾਂ ਅਨਵਰ ਮਸੀਹ ਦੇ ਨਾਲ ਜੁੜੀਆਂ ਨੇ। ਜੇ ਉਦੋਂ ਕਿਤੇ ਇਹਦੇ ਉੱਤੇ ਕਾਰਵਾਈ ਹੋ ਜਾਂਦੀ ਤੇ ਹੋ ਸਕਦਾ ਸੀ ਕਿ ਉਦੋਂ ਡਰੱਗ ਦੀ ਸਮਗਲਿੰਗ ਰੁਕ ਜਾਂਦੀ, ਨਹੀਂ ਕਾਰਵਾਈ ਉਹਦੇ ਉੱਤੇ ਹੋਈ। ਇੱਕ ਵਿਅਕਤੀ ਜਿਹੜਾ ਕਿ ਇਹਦੇ ਵਾਸਤੇ ਦੋਸ਼ੀ ਸਮਝਿਆ ਜਾ ਰਿਹਾ, ਉਹ ਐਕਚੁਅਲੀ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀਗਾ ਆਸਟ੍ਰੇਲੀਆ, ਤੇ ਆਸਟ੍ਰੇਲੀਆ ਤੋਂ ਜਾਂਦਿਆਂ ਉਹ ਇਟਲੀ ਦੇ ਵਿੱਚ ਉਹਨੂੰ ਇੱਥੇ ਡਿਟੇਨ ਕੀਤਾ ਗਿਆ। ਅਜੇ ਵੀ ਉਹ ਇਟਲੀ ਦੇ ਵਿੱਚ ਹੀ ਆ। ਸਿਮਰਨਜੀਤ ਸੰਧੂ ਉਹਦਾ ਨਾਮ ਹੈ।
ਇਹ ਜਨਵਰੀ 21 ਦੀ ਗੱਲ ਹੈ। ਐਕਸਟ੍ਰਾਡੀਸ਼ਨ ਟ੍ਰੀਟੀ ਇਟਲੀ ਦੇ ਨਾਲ ਭਾਰਤ ਦੀ ਹੈਗੀ ਹੈ। ਸਿਮਰਨਜੀਤ ਸੰਧੂ ਕਿਉਂ ਨਹੀਂ ਇੱਥੇ ਲਿਆਂਦਾ ਜਾ ਸਕਿਆ, ਇਹ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਹੈ। ਕੱਲ ਰਾਤ ਸ਼ਾਇਦ ਤੁਸੀਂ NDTV 24/7 ਦੇ ਉੱਤੇ ਹੋਈ ਡਿਬੇਟ ਦੇਖੀ ਹੋਵੇ, ਤੇ ਉਹਦੇ ਵਿੱਚ ਮੈਂ ਇਹ ਸਵਾਲ ਉਠਾਏ ਸੀਗੇ ਕਿ ਉਹ ਉਦੋਂ ਰੁਕ ਜਾਂਦਾ ਕਿਸੇ ਤਰੀਕੇ ਦੇ ਨਾਲ, ਤੇ ਅੱਜ 3000 ਕਿਲੋ ਨਾ ਆਉਂਦੀ। ਹੁਣ ਕੀ ਹੋਇਆ ਕਿ ਜਿਹੜਾ ਅਡਾਨੀ ਪੋਰਟ ਹੈ, ਉਹਨੇ ਇਹ ਕਿਹਾ ਕਿ ਉਹਦੇ ਟਰਮੀਨਲ ਦੇ ਉੱਤੇ ਈਰਾਨ, ਪਾਕਿਸਤਾਨ ਤੇ ਅਫਗਾਨਿਸਤਾਨ ਤੋਂ ਆਉਣ ਵਾਲੇ ਕਾਰਗੋ ਨੂੰ ਉਹ ਹੈਂਡਲ ਨਹੀਂ ਕਰੂਗਾ। ਇਹ ਜਿਹੜੀ ਸਿਖਰ ਤੇ ਹੋ ਰਹੀ ਬਦਨਾਮੀ ਹੈ, ਜਿਹਦੇ ਕਰਕੇ ਉਹਨਾਂ ਨੇ ਇਹ ਫੈਸਲਾ ਲਿਆ, ਔਰ ਇਹ ਫੈਸਲਾ 15 ਨਵੰਬਰ ਤੋਂ ਲਾਗੂ ਹੋਊਗਾ। ਦੇਸ਼ ਦੇ ਕਾਰਗੋ ਹੈਂਡਲਿੰਗ ਦੇ ਵਿੱਚ ਅਡਾਨੀ ਗਰੁੱਪ ਦਾ 25% ਦਾ ਬਾਜ਼ਾਰੀ ਹਿੱਸਾ। ਕੰਪਨੀ 13 ਪੋਰਟ ਦੇ ਉੱਤੇ ਆਪਣਾ ਆਪਰੇਸ਼ਨ ਚਲਾਉਂਦੀ ਹੈ। ਤੋ ਇਹ 3000 ਕਿਲੋ ਜਿਹੜੀ ਡਰੱਗ ਸੀਗੀ ਉਹ ਬਰਾਮਦ ਹੋਈ ਸੀ ਇਹਨਾਂ ਦੇ ਗੁਜਰਾਤ ਵਾਲੇ ਅਡਾਨੀ ਪੋਰਟ ਦੇ ਉੱਤੇ। ਇਹ ਇੱਕ ਕਿਸਮ ਦੇ ਨਾਲ ਉਹਨਾਂ ਨੇ ਮੰਨ ਲਿਆ ਕਿ ਉੱਥੋਂ ਸੀਗਾ, ਉੱਥੇ ਹੀ ਇਹ ਆਇਆ ਸੀਗਾ। ਜਿਹੜਾ ਜੋੜਾ ਗ੍ਰਿਫਤਾਰ ਕੀਤਾ ਗਿਆ ਉਹ ਤਾਂ ਬਹੁਤ ਅਨਨੋਨ ਹੈ। ਉਹ ਤਾਂ ਇਉਂ ਲੱਗਦਾ ਕਿ ਐਵੇਂ ਫਸਾਏ ਗਏ ਨੇ, ਜਾਂ ਥੋੜ੍ਹਾ ਬਹੁਤਾ ਉਹਨਾਂ ਦੇ ਕੋਈ ਹਿੱਸਾ ਪੱਤੀ ਹੋਊਗਾ। ਹੁਣ ਅੱਜ ਅਡਾਨੀ ਗਰੁੱਪ ਨੇ ਇਹ ਐਡਵਾਈਜ਼ਰੀ ਜਾਰੀ ਕਰਕੇ ਇਹ ਕਹੀ ਆ ਕਿ ਇਹ ਸਾਰੇ ਉਹਦੇ ਜਿਹੜੇ ਟਰਮੀਨਲ ਨੇ ਉਹਨਾਂ ਦੇ ਉੱਤੇ ਲਾਗੂ ਹੋਊਗਾ। ਕਿਸੇ ਤੀਜੀ ਪਾਰਟੀ ਦੇ ਜ਼ਰੀਏ ਵੀ ਇਹ ਕਾਰਗੋ ਹੈਂਡਲ ਨਹੀਂ ਕੀਤਾ ਜਾਊਗਾ। ਸਤੰਬਰ ਮਹੀਨੇ ਦੇ ਵਿੱਚ ਗੁਜਰਾਤ ਦੇ ਮੁੰਦਰਾ ਪੋਰਟ ਦੇ ਉੱਤੇ 3000 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਹ ਪੋਰਟ ਨੂੰ ਅਡਾਨੀ ਗਰੁੱਪ ਚਲਾਉਂਦਾ ਹੈ। ਇਸ ਡਰੱਗ ਦੀ ਕੀਮਤ 21,000 ਕਰੋੜ ਰੁਪਈਆ ਖੁੱਲੀ ਮੰਡੀ ਦੇ ਵਿੱਚ ਹੈ। ਤਾਂ ਬੜੇ ਚਰਚੇ ਹੋ ਰਹੇ ਨੇ ਮੁੰਬਈ ਦੇ ਵਿੱਚ, ਐਵੇਂ ਗ੍ਰਾਮਾਂ ਦੇ ਹਿਸਾਬ ਦੇ ਨਾਲ ਫੜੀ ਗਈ ਡਰੱਗ ਦੇ। ਇਹ 3000 ਕਿਲੋ ਦੇ ਚਰਚੇ ਨਹੀਂ ਸੀ ਹੋ ਰਹੇ। ਤਾਂ ਇਸ ਕਰਕੇ ਫਸੇ ਹੋਏ ਅਡਾਨੀ ਗਰੁੱਪ ਨੇ ਅੱਜ ਇਹ ਗੱਲ ਆਖੀ ਆ ਕਿ ਜੀ ਉਹ ਹੁਣ ਇਸ ਮਾਮਲੇ ਦੇ ਉੱਤੇ ਆਪਣੇ ਪੋਰਟ ਤੋਂ ਹੈਂਡਲ ਹੀ ਨਹੀਂ ਕਰੂਗਾ ਇਹਨਾਂ 3 ਮੁਲਕਾਂ ਤੋਂ ਆਉਣ ਵਾਲੀ ਡਰੱਗ। ਪੰਜਾਬ ਦੇ ਵਿੱਚ ਮੌਜੂਦਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਹੋਰੀ ਚਰਚਿਤ ਨੇ। ਚਰਚਿਤ ਇਸ ਕਰਕੇ ਆ ਕਿ ਉਹਨਾਂ ਨੇ ਬਿਨਾਂ ਟੈਕਸ ਤੋਂ ਚੱਲਦੀਆਂ ਪ੍ਰਾਈਵੇਟ ਬੱਸਾਂ ਦੇ ਉੱਤੇ ਸ਼ਿਕੰਜਾ ਕੱਸਣਾ ਸ਼ੁਰੂ ਕੀਤਾ। ਲਗਾਤਾਰ ਉਹ ਸ਼ਿਕੰਜਾ ਕੱਸ ਰਹੇ ਆ। ਚੰਗੀ ਗੱਲ ਹੈ, ਬਹੁਤ ਸਾਲਾਂ ਤੋਂ ਬਾਅਦ ਇਹ ਹੋਣ ਲੱਗਿਆ ਕਿਤੇ ਕਿ ਪ੍ਰਾਈਵੇਟ ਟਰਾਂਸਪੋਰਟਰ ਟੈਕਸ ਵੀ ਨਹੀਂ ਦੇ ਰਹੇ। ਇਹ ਉਹ ਨੇ ਜਿਨ੍ਹਾਂ ਨੇ ਆਪੇ ਹੀ ਕਾਨੂੰਨ ਸਾਰੇ ਬਦਲ ਕੇ, ਕਾਨੂੰਨ ਛਿੱਕੇ ਟੰਗ ਕੇ 3-3 ਵਾਰੀ ਆਪਣੇ ਪਰਮਿਟ ਵਧਾ ਲਏ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਇਹ ਵਾਅਦਾ ਕਰਕੇ ਆਈ ਸੀ ਕਿ ਸਰਕਾਰ ਬਣਦਿਆਂ ਸਾਰ 3 ਮਹੀਨਿਆਂ ਦੇ ਵਿੱਚ ਅਸੀਂ ਟਰਾਂਸਪੋਰਟ ਪਾਲਿਸੀ ਲਾਗੂ ਕਰਾਂਗੇ। 3 ਸਾਲ ਵੀ ਲੰਘ ਗਏ। 4.5 ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਮਹਿਲ ਦੇ ਵਿੱਚੋਂ ਨਾ ਨਿਕਲਣ ਦਾ ਖਮਿਆਜ਼ਾ ਭੁਗਤਣਾ ਪਿਆ ਤੇ ਕਾਂਗਰਸ ਨੇ ਉਹਨਾਂ ਨੂੰ ਬਦਲ ਦਿੱਤਾ। ਬਦਲੇ ਸਰਕਾਰ ਦੇ ਵਿੱਚ ਰਾਜਾ ਵੜਿੰਗ, ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੂੰ ਟਰਾਂਸਪੋਰਟ ਮੰਤਰੀ ਲਾਇਆ ਗਿਆ। ਸ਼ਲਾਘਾਯੋਗ ਕੰਮ ਇਸ ਵੇਲੇ ਉਹ ਕਰ ਰਹੇ ਆ। ਉਹਨਾਂ ਨੇ ਬਹੁਤ ਸਾਰੀਆਂ ਉਹਨਾਂ ਦੇ ਹੁਕਮਾਂ ਦੇ ਉੱਤੇ ਬੱਸਾਂ ਫੜੀਆਂ ਗਈਆਂ ਨੇ ਜਿਹੜੇ ਟੈਕਸ ਹੀ ਨਹੀਂ ਦੇ ਰਹੇ। ਉਹ ਕਹਿੰਦੇ ਸਾਨੂੰ ਕਮਾਈ ਕੋਈ ਨਹੀਂ ਹੁੰਦੀ ਤਾਂ ਟੈਕਸ ਕਿੱਥੋਂ ਦਈਏ। ਇਹ ਦੇਖੋ ਤੁਸੀਂ, ਇੱਕ ਚੋਰੀ, ਦੂਜਾ ਸੀਨਾ ਜ਼ੋਰੀ ਇਹਨੂੰ ਕਹਿੰਦੇ ਨੇ। ਕਿਉਂ ਨਹੀਂ ਤੁਸੀਂ ਟੈਕਸ ਦਿਓਗੇ? ਨਹੀਂ ਤੁਹਾਨੂੰ ਲੱਗਦਾ ਇਹਦੇ ਵਿੱਚ ਪੈਸੇ ਨਹੀਂ ਬਚਦੇ ਤੇ ਕਾਰੋਬਾਰ ਛੱਡ ਦਿਓ। ਬੇਰੁਜ਼ਗਾਰ ਵਿਚਾਰਿਆਂ ਦੀ ਲਾਈਨ ਲੱਗੀ ਪਈ ਆ। ਸਰਕਾਰ ਉਹਨਾਂ ਤੋਂ ਲੈ ਕੇ ਪਰਮਿਟ ਤੇ ਉਹਨਾਂ ਬੇਰੁਜ਼ਗਾਰਾਂ ਨੂੰ ਦੇ ਦੇ। ਨਾਲੇ ਦੇਖੋ ਬਿਹਤਰ ਤਰੀਕੇ ਦੇ ਨਾਲ ਚਲਾਉਂਦੇ ਪੜ੍ਹੇ ਲਿਖੇ ਮੁੰਡੇ, ਨਾਲੇ ਸਰਕਾਰ ਨੂੰ ਟੈਕਸ ਦੇਣਗੇ। ਉਹਨਾਂ ਦੇ ਢਿੱਡ ਤਾਂ ਵੱਡੇ ਨੇ, ਬਹੁਤ ਵੱਡੇ ਨੇ। ਜਿਹੜੇ ਪ੍ਰਾਈਵੇਟ ਟਰਾਂਸਪੋਰਟਰ ਨੇ ਭਰ ਹੀ ਨਹੀਂ ਰਹੇ ਤੇ ਉਹਨਾਂ ਨੇ ਸਰਕਾਰ ਨੂੰ ਕੀ ਦੇਣਾ। ਸਰਕਾਰ ਚੁੱਪ ਕੀਤੇ ਵੇਖੀ ਗਈ 4.5 ਸਾਲ। ਅੱਜ ਦਿੰਦੇ ਨੇ, ਕੱਲ੍ਹ ਦਿੰਦੇ ਨੇ। ਜਿਹੜੇ ਇਲਜ਼ਾਮ ਇਹਦੇ ਵਿੱਚੋਂ ਇੱਕ ਪ੍ਰਾਈਵੇਟ ਟਰਾਂਸਪੋਰਟਰ ਨੇ ਜਿਹੜਾ ਅਕਾਲੀ ਆਗੂ ਆ ਉਹਨੇ ਲਾਏ ਆ, ਮਨਪ੍ਰੀਤ ਸਿੰਘ ਬਾਦਲ ਹੋਰਾਂ ਨੇ ਉਹਦਾ ਜਵਾਬ ਅਜੇ ਤੱਕ ਨਹੀਂ ਦਿੱਤਾ, ਜਿਹਦੇ ਵਿੱਚ ਉਹ ਕਹਿੰਦਾ ਕਿ ਅਸੀਂ ਇੱਕ ਚਿੱਠੀ ਲਿਖੀ ਹੋਈ ਆ ਮਨਪ੍ਰੀਤ ਸਿੰਘ ਬਾਦਲ ਹੋਰਾਂ ਨੂੰ ਕਿ 9ਵੇਂ ਮਹੀਨੇ ਤੱਕ ਸਾਡੇ ਟੈਕਸ ਮਾਫ ਕਰ ਦਿਓ। ਉਹ ਕਹਿੰਦੇ ਨਹੀਂ 9ਵੇਂ ਮਹੀਨੇ ਨਹੀਂ, ਅਸੀਂ 22 ਤੱਕ ਤੁਹਾਡੇ ਟੈਕਸ ਮਾਫ ਕਰ ਦਿਆਂਗੇ, ਆਰਾਮ ਕਰੋ, ਕੋਈ ਕਿਸੇ ਨੂੰ ਟੈਕਸ ਦੇਣ ਦੀ ਲੋੜ ਨਹੀਂ। ਇਹਦਾ ਕਿਉਂ ਨਹੀਂ ਉਹ ਜਵਾਬ ਦੇ ਰਹੇ? ਜਵਾਬ ਤਾਂ ਕਿਸਾਨਾਂ ਦਾ ਵੀ ਨਹੀਂ ਉਹ ਦੇ ਰਹੇ ਜਿਹੜੇ ਗੁਲਾਬੀ ਸੁੰਡੀ ਤੋਂ ਭੰਨੇ ਉਹਨਾਂ ਦਾ ਘਰ ਘੇਰ ਕੇ ਬੈਠੇ ਆ। ਕਹਿ ਦੇ ਅੱਗੇ ਜਾ ਕੇ ਥੋੜੀ ਗੱਲ ਕਰਦਾ ਮੈਂ। ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ, ਕਿਉਂਕਿ PRTC ਨੇ ਬਹੁਤ ਮਹਿੰਗੀਆਂ ਵੋਲਵੋ ਬੱਸਾਂ ਲਿਆਂਦੀਆਂ
ਇਹ ਦਿੱਲੀ 에ਅਰਪੋਰਟ ਤੱਕ ਲਾਈਆਂ ਸੀ। ਥੋੜੀ ਦੇਰ ਚੱਲੀਆਂ, ਲੋਕਾਂ ਨੂੰ ਬੜੀ ਸਹੂਲਤ ਹੋਈ, ਪ੍ਰਵਾਸੀ ਪੰਜਾਬੀਆਂ ਨੂੰ ਖਾਸ ਤੌਰ ਦੇ ਉੱਤੇ, ਕਿਉਂਕਿ ਰੀਜ਼ਨੇਬਲ ਕੀਮਤ ਦੇ ਵਿੱਚ ਇਹ ਉੱਥੋਂ ਲੋਕਾਂ ਨੂੰ ਲੈ ਕੇ ਪੰਜਾਬ 'ਚ ਆਉਂਦੀਆਂ ਸੀ। ਇਹ ਚੱਲਣ ਨਾ ਦਿੱਤੀਆਂ ਪ੍ਰਾਈਵੇਟ ਮਾਫੀਏ ਨੇ, ਕਿਉਂਕਿ ਉਹਨਾਂ ਦੀਆਂ ਚੱਲਦੀਆਂ ਨੇ ਆਪਣੀਆਂ। ਇਹਦੇ ਵਿੱਚ ਦਿੱਲੀ ਸਰਕਾਰ ਨੇ ਵੀ ਢੁੱਚਣਾ ਡਾਈਆਂ ਉਦੋਂ। ਉਹ ਕਹਿੰਦੇ ਪਰਮਿਟ ਨਹੀਂ ਹੈ। ਟੈਕਨੀਕਲੀ ਉਹ ਠੀਕ ਸੀਗੇ ਇਸ ਮਾਮਲੇ ਦੇ ਉੱਤੇ, ਪਰਮਿਟ। ਪਰ ਸਵਾਲ ਇਹ ਆ, ਪਰਮਿਟ ਜੇ ਤੁਸੀਂ ਸਰਕਾਰੀ ਤਾਂ ਰੋਕ ਦਿੱਤੇ, ਪ੍ਰਾਈਵੇਟਾਂ ਨੂੰ ਤੁਸੀਂ ਠੱਲ ਕੋਈ ਨਹੀਂ ਪਾਈ, ਪਰਮਿਟ ਉਹਨਾਂ ਕੋਲ ਵੀ ਕੋਈ ਨਹੀਂ। ਜਿਹੜੇ ਪਰਮਿਟ ਦੇ ਉੱਤੇ ਇਹ 에ਅਰਪੋਰਟ ਤੱਕ ਬੱਸਾਂ ਚੱਲਦੀਆਂ ਨੇ, ਦਿੱਲੀ 에ਅਰਪੋਰਟ ਤੱਕ, ਉਹ ਪਰਮਿਟ ਦੇ ਵਿੱਚ ਤੁਸੀਂ ਇੱਕ ਜਗ੍ਹਾ ਤੋਂ ਉਹ ਸਵਾਰੀ ਚੁੱਕ ਕੇ 에ਅਰਪੋਰਟ ਤੇ ਲਾਉਣੀ ਆ ਤੇ 에ਅਰਪੋਰਟ ਤੋਂ ਚੁੱਕ ਕੇ ਉਸੇ ਜਗ੍ਹਾ ਦੇ ਉੱਤੇ ਵਾਪਸ ਲਿਜਾਣੀ ਆ। ਜਦੋਂ ਕਿ ਕੀਤਾ ਕੀ ਜਾ ਰਿਹਾ, ਉਹ ਅੰਮ੍ਰਿਤਸਰ ਤੋਂ ਚੱਲਦੀਆਂ ਬੱਸਾਂ, ਅੰਮ੍ਰਿਤਸਰ, ਜਲੰਧਰ, ਫਗਵਾੜਾ, ਗੁਰਾਇਆ, ਲੁਧਿਆਣਾ, ਖੰਨਾ, ਸਰਹੰਦ, ਰਾਜਪੁਰਾ, ਸ਼ੰਭੂ ਬਾਰਡਰ, ਚਲੋ ਅੱਗੇ ਤਾਂ ਹਰਿਆਣਾ ਸਟਾਰਟ ਹੋ ਜਾਂਦਾ, ਹਰਿਆਣੇ 'ਚ ਵੀ ਉਸੇ ਤਰੀਕੇ ਨਾਲ ਚੱਲਦੀ। ਥਾਂ ਥਾਂ ਤੇ ਸਵਾਰੀ ਚੁੱਕਦੇ ਆ, ਥਾਂ ਥਾਂ ਤੋਂ ਸਵਾਰੀ ਲਾਉਂਦੇ ਆ, ਕੋਈ ਪਰਵਾਹ ਨਹੀਂ ਕਿ ਉਹ ਪਰਮਿਟ ਕਿਹੜਾ। ਸਰਕਾਰੀ ਬੱਸ ਜਿਹੜੀ ਉਹ ਬੰਦ ਕਰ ਦਿੱਤੀ ਗਈ, ਲੋਕਾਂ ਦੀ ਸਹੂਲਤ ਚਲੇਗੀ। ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਚਿੱਠੀ ਲਿਖੀ ਆ ਅਰਵਿੰਦ ਕੇਜਰੀਵਾਲ ਹੋਰਾਂ ਨੂੰ, ਜਿਹੜੇ ਕਿ ਦਿੱਲੀ ਦੇ ਮੁੱਖ ਮੰਤਰੀ ਨੇ। ਇਹ ਗੱਲ ਆਖੀ ਆ ਕਿ ਮੈਨੂੰ ਮਿਲਣ ਦਾ ਸਮਾਂ ਦਿਓ ਤਾਂ ਕਿ ਇਹ ਗੱਲ ਤੁਹਾਡੇ ਨਾਲ ਕੀਤੀ ਜਾ ਸਕੇ ਵੀ ਪ੍ਰਾਈਵੇਟ ਬੱਸਾਂ ਨੂੰ ਤੁਸੀਂ ਦਿੱਲੀ 에ਅਰਪੋਰਟ ਤੇ ਕੋਈ ਮਨਾਹੀ ਨਹੀਂ ਤੁਹਾਡੀ, ਕਿ ਇਹ ਸਰਕਾਰੀ PRTC ਦੀ ਬੱਸ ਕਿਉਂ ਰੋਕ ਰਹੇ ਹੋ। ਬਿਲਕੁਲ ਸਹੀ ਸਟੈਪ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਇਹ ਲਿਆ। ਹੁਣ ਵੇਖਦੇ ਆ ਪੰਜਾਬ ਦੇ ਵਿੱਚ ਬਾਰ-ਬਾਰ ਗੇੜੇ ਕੱਢ ਰਹੇ ਨੇ ਅਰਵਿੰਦ ਕੇਜਰੀਵਾਲ। ਉਹ ਸੋਚਦੇ ਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਪੈਰ ਲੱਗ ਰਹੇ ਆ। ਇਸ ਚਿੱਠੀ ਦਾ ਤੁਰੰਤ ਜਵਾਬ ਦਿੰਦੇ ਨੇ ਜਾਂ ਨਹੀਂ ਦਿੰਦੇ। ਜੇ ਦਿੰਦੇ ਨੇ ਤੇ ਘੁਣਤਰ ਕੀ ਕੱਢਦੇ ਆ। ਸਮੂਹ ਪ੍ਰਵਾਸੀ ਪੰਜਾਬੀਆਂ ਦੀ ਇਹ ਬਹੁਤ ਵੱਡੀ ਸਹੂਲਤ ਹੋਊਗੀ ਜੇ PRTC ਦੀਆਂ ਬੱਸਾਂ ਦਿੱਲੀ 에ਅਰਪੋਰਟ ਤੋਂ ਚੱਲ ਪੈਂਦੀਆਂ ਨੇ, ਕਿਉਂਕਿ ਅੱਧੇ ਕਿਰਾਏ ਦੇ ਉੱਤੇ ਉਹਨਾਂ ਨੇ ਲੈ ਆਉਣਾ ਤੇ ਉੱਥੇ ਜਾ ਕੇ ਛੱਡਣਾ। ਟੌਪ ਕਲਾਸ ਬੱਸਾਂ ਨੇ ਇਹ, ਟੌਪ ਕਲਾਸ, ਇੱਥੇ ਪਾਰਕ ਕਰਕੇ ਲਾਈਆਂ ਹੋਈਆਂ ਨੇ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵੇਲੇ ਭੋਰਾ ਤਰੱਦਦ ਹੀ ਨਹੀਂ ਕੀਤਾ ਗਿਆ ਕਿ ਜਾ ਕੇ ਇਹੀ ਪੁੱਛ ਲਿਆ ਜਾਵੇ, ਭਾਈ ਇਹ ਤੁਸੀਂ ਕੋਡੇ ਲਾਈਨ ਕਿਉਂ ਲਾਈਆਂ ਨੇ, ਕਿਉਂ ਨਹੀਂ ਤੁਸੀਂ ਸਾਨੂੰ ਪਰਮਿਟ ਦਿੰਦੇ। ਜਿਹੜੀ ਫੀ ਆ ਉਹ PRTC ਭਰਨ ਨੂੰ ਤਿਆਰ ਹੈ। ਉਹ ਕੋਈ ਇਲੀਗਲ ਧੰਦਾ ਕਰਨ ਵਾਲੀ ਕੰਪਨੀ ਥੋੜੀ ਹੈ, ਉਹ ਸਰਕਾਰ ਦੀ ਕੰਪਨੀ ਆ, ਲੀਗਲ ਧੰਦਾ ਕਰੂਗੀ, ਲੀਗਲ ਬਿਜ਼ਨਸ ਕਰੂਗੀ। ਉਹ ਸਰਕਾਰ ਦਾ ਜਿਹੜਾ, ਜੇ ਦਿੱਲੀ ਸਰਕਾਰ ਦਾ ਟੈਕਸ ਬਣਦਾ ਉਹ ਵੀ ਦੇਊਗੀ। ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਚਿੱਠੀ ਲਿਖੀ ਆ, ਵੇਖਦੇ ਆ ਅਰਵਿੰਦ ਕੇਜਰੀਵਾਲ ਉਹਨੂੰ ਕੀ ਜਵਾਬ ਦਿੰਦੇ ਆ। ਜੇ ਉਹ ਟਾਲ ਮਟੋਲ ਕਰਦੇ ਆ ਇਹ PRTC ਦੀਆਂ ਸਰਕਾਰੀ ਬੱਸਾਂ ਚਲਾਉਣ ਦੇ ਵਾਸਤੇ, ਤਾਂ ਅਰਵਿੰਦ ਕੇਜਰੀਵਾਲ ਹੋਰਾਂ ਦਾ ਫੇਸ ਸਾਹਮਣੇ ਆ ਜਾਊਗਾ ਕਿ ਜਿਨ੍ਹਾਂ ਪ੍ਰਵਾਸੀਆਂ ਤੋਂ ਇੰਨਾ ਪੈਸਾ ਉਹਨਾਂ ਨੇ 17 ਦੇ ਵਿੱਚ ਇਸ ਪਾਰਟੀ ਨੇ ਇਕੱਠਾ ਕੀਤਾ, ਉਹ ਹੁਣ ਉਹਨਾਂ ਦੇ ਇਹ ਬੱਸ ਸਰਵਿਸ ਜਿਹੜੀ ਵੱਡੀ ਡਿਮਾਂਡ ਹੈ ਉਹਦੇ ਵਾਸਤੇ ਕੁਝ ਕਰਦੇ ਨੇ ਜਾਂ ਨਹੀਂ। ਜੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰੀ ਇੱਥੇ ਚਿੱਠੀ ਲਿਖ ਕੇ ਛੱਡ ਦਿੰਦੇ ਆ, ਉਸ ਤੋਂ ਬਾਅਦ ਅਗਲੀ ਕਾਰਵਾਈ ਨਹੀਂ ਕਰਦੇ, ਫਿਰ ਇਹ ਸਮਝਿਆ ਜਾਊਗਾ ਕਿ ਉਹ ਵੀ ਮਹਿਜ਼ ਖਾਨਾ ਪੂਰਤੀ ਕਰ ਰਹੇ ਆ। ਇਸ ਮਾਮਲੇ ਦੇ ਉੱਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਦਾ ਪੂਰਾ ਸਾਥ ਦਿੱਤਾ ਜਾਣਾ ਚਾਹੀਦਾ ਕਿ ਬੱਸਾਂ ਚੱਲਣੀਆਂ ਚਾਹੀਦੀਆਂ ਨੇ। ਇਹ ਪਬਲਿਕ ਟਰਾਂਸਪੋਰਟ ਹੈ, ਪਬਲਿਕ ਟਰਾਂਸਪੋਰਟ ਦਿੱਲੀ 에ਅਰਪੋਰਟ ਤੋਂ ਵੀ ਆਉਣੀ ਚਾਹੀਦੀ ਹੈ। ਬਲਕਿ PRTC ਇਸ ਤਰ੍ਹਾਂ ਦੀਆਂ ਬੱਸਾਂ ਅੰਮ੍ਰਿਤਸਰ 에ਅਰਪੋਰਟ ਤੋਂ ਵੀ ਸਟਾਰਟ ਕਰੇ। ਉਹ ਕਿਉਂ ਨਹੀਂ ਜਲੰਧਰ, ਫਗਵਾੜਾ, ਲੁਧਿਆਣਾ ਤੇ ਇਧਰ ਬਠਿੰਡੇ ਵਾਲੀ ਸਾਈਡ ਨੂੰ, ਇਧਰ ਪਟਿਆਲੇ ਤੱਕ ਕਿਉਂ ਨਹੀਂ ਉਹ ਚੱਲਦੀਆਂ। ਅੰਮ੍ਰਿਤਸਰ ਤੋਂ ਵੀ, ਅੰਮ੍ਰਿਤਸਰ ਬਹੁਤ ਸਾਰੀਆਂ ਹੁਣ ਫਲਾਈਟਾਂ ਚੱਲਦੀਆਂ ਨੇ, ਉਹਨਾਂ ਦੇ ਵਾਸਤੇ ਵੀ ਇਹ ਪਬਲਿਕ ਟਰਾਂਸਪੋਰਟ ਸਟਾਰਟ ਹੋਣੀ ਚਾਹੀਦੀ ਹੈ। ਮੋਹਾਲੀ ਤੋਂ ਵੀ ਚੱਲਣੀ ਚਾਹੀਦੀ ਹੈ, ਸਾਰੇ 에ਅਰਪੋਰਟਾਂ ਤੋਂ ਚੱਲਣੀ ਚਾਹੀਦੀ ਹੈ, ਪਬਲਿਕ ਟਰਾਂਸਪੋਰਟ ਚੱਲਣੀ ਚਾਹੀਦੀ ਹੈ, ਪਹਿਲ ਦੇ ਆਧਾਰ ਦੇ ਉੱਤੇ ਚੱਲਣੀ ਚਾਹੀਦੀ ਹੈ। ਦਿੱਲੀ ਦੀ ਸਰਕਾਰ ਜਦ ਅਰਵਿੰਦ ਕੇਜਰੀਵਾਲ ਇਹਦੇ ਉੱਤੇ ਕੀ ਜਵਾਬ ਦਿੰਦੇ ਆ, ਇਹ ਵੇਖਦੇ ਆ ਜੀ। ਉਮੀਦ ਹੈ ਕਿ ਇਹਦੇ ਉੱਤੇ ਜਵਾਬ ਤਾਂ ਕਿਉਂਕਿ ਦੇਣਾ ਪਊਗਾ। ਬੜੇ ਸਮੇਂ ਦੇ ਉੱਤੇ ਲਿਖੀ ਹੈ ਚਿੱਠੀ ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ। ਕੱਲ੍ਹ ਨੂੰ ਅਰਵਿੰਦ ਕੇਜਰੀਵਾਲ ਹੋਰੀ ਇੱਥੇ ਪੰਜਾਬ ਦੇ ਵਿੱਚ ਆ ਰਹੇ ਆ ਜਲੰਧਰ, ਉੱਥੋਂ ਉਮੀਦ ਹੈ ਕਿ ਇਹ ਸਵਾਲ ਉਹਨਾਂ ਨੂੰ ਕੀਤਾ ਜਾਊਗਾ ਤੇ ਉਹਦੇ ਨਾਲ ਉਹਦਾ ਜਵਾਬ ਜ਼ਰੂਰ ਜਿਹੜਾ ਉਹ ਦੇਣਗੇ। ਤਾਂ ਲਾਸਟ ਦੇ ਵਿੱਚ ਇੱਕ ਗੱਲ ਜਿਹੜੀ ਹੋਰ ਤੁਹਾਡੇ ਨਾਲ ਕਰਨੀ ਹੈ ਕਿ ਪੰਜਾਬ ਦੇ ਵਿੱਚ ਫੇਸ ਬਦਲੇ, ਹੋਰ ਕੀ ਬਦਲਿਆ ਫਿਰ। ਇੱਕ ਪ੍ਰੋਗਰੈਸਿਵ ਪੰਜਾਬ
ਇਨਵੈਸਟਰ ਸਮਿਟ ਕਰਵਾਇਆ ਜਾ ਰਿਹਾ। 26 ਤੇ 27 ਤਰੀਕ ਨੂੰ ਇਹ ਕਰਵਾਇਆ ਜਾਊਗਾ ਪੰਜਾਬ ਸਰਕਾਰ ਦੇ ਵੱਲੋਂ। ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸਮਿਟ ਇਹ ਪਹਿਲਾਂ ਵੀ ਕਰਵਾਏ ਸੀ, ਜੇ ਤੁਹਾਨੂੰ ਯਾਦ ਹੋਵੇ ਤਾਂ ਕਰਵਾਉਂਦਾ ਅਕਾਲੀ ਦਲ ਵੀ ਰਿਹਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਵੀ ਕਰਵਾਇਆ। ਪਿਛਲੇ ਤਜਰਬੇ ਬੜੇ ਮਾੜੇ ਆ। ਕਿੰਨੀ ਕੁ ਇਨਵੈਸਟਮੈਂਟ ਪੰਜਾਬ ਦੇ ਵਿੱਚ ਆਈ, ਇਹ ਨਹੀਂ ਸਮਝ ਆ ਰਹੀ ਕਿ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ, ਇੱਥੇ ਜੇ ਕੋਈ ਇੰਡਸਟਰੀ ਚੱਲ ਸਕਦੀ ਹੈ ਤਾਂ ਉਹ ਖੇਤੀ ਨਾਲ ਰਿਲੇਟਡ ਚੱਲ ਸਕਦੀ ਹੈ। ਸਰਕਾਰਾਂ ਪਤਾ ਨਹੀਂ ਲੋਕਾਂ ਨੂੰ ਕਿਉਂ ਇਹ ਧੱਕੇ ਦੇ ਨਾਲ ਜਿਹੜਾ ਉਹ ਯਕੀਨ ਦਿਵਾਉਣ ਦੇ ਵਾਸਤੇ ਤੁਲੀਆਂ ਹੋਈਆਂ ਨੇ। ਜੀ ਇੱਥੇ 1000 ਕਰੋੜ ਦੀ ਇੰਡਸਟਰੀ ਆ ਜੂ, ਇੱਥੇ 5000 ਕਰੋੜ ਦੀ ਇੰਡਸਟਰੀ ਆ ਜੂ। ਅਸੀਂ ਜੀ ਲਾਸਟ ਸਮਿਟ ਦੇ ਵਿੱਚ 1 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਲੈ ਆਏ। ਅਸੀਂ ਪਿਛਲੇ ਸਮਿਟ ਦੇ ਵਿੱਚ 2.25 ਲੱਖ ਕਰੋੜ ਰੁਪਏ ਦੀ ਇਨਵੈਸਟਮੈਂਟ ਲੈ ਆਏ। ਇਹ ਦਾਅਵੇ ਅਸੀਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸੁਣਦੇ ਰਹੇ 10 ਸਾਲ। ਇਹ ਦਾਅਵੇ ਅਸੀਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੀ ਸੁਣਦੇ ਰਹੇ। ਇੰਨੀ ਇਨਵੈਸਟਮੈਂਟ ਆ ਗਈ। ਇਨਵੈਸਟਮੈਂਟ ਦੇ ਨਾਂ ਦੇ ਹੇਠ ਜਿਹੜੀਆਂ ਜ਼ਮੀਨਾਂ ਇੱਥੇ ਪੰਚਾਇਤੀ ਜ਼ਮੀਨਾਂ ਪਈਆਂ ਨੇ, ਜਿਹੜੀਆਂ ਇਕੱਠੀਆਂ ਕਰਕੇ ਇੰਡਸਟਰੀ ਨੂੰ ਦੇਣ ਦੇ ਨਾਮ ਦੇ ਹੇਠ ਹੜੱਪੀਆਂ ਜਾ ਰਹੀਆਂ ਨੇ ਸਰਕਾਰ ਦੇ ਵੱਲੋਂ, ਇਹ ਉਹਦੇ ਵਾਸਤੇ ਸਾਰਾ ਕੁਝ ਕੀਤਾ ਜਾ ਰਿਹਾ। ਮੱਤੇਵਾੜਾ ਜੰਗਲ ਯਾਦ ਹੈ, ਉਹਦੇ ਨੇੜੇ ਦੀ ਜ਼ਮੀਨ ਮੱਤੇਵਾੜਾ ਜੰਗਲ ਸਣੇ ਉਹ ਧੱਕੇ ਦੇ ਨਾਲ ਦਿੱਤੀ ਜਾ ਰਹੀ ਹੈ। ਰਾਜਪੁਰੇ ਦੇ ਵਿੱਚ ਠੀਕ ਆ, ਉਹ ਜ਼ਮੀਨ ਦੇਣੀ ਚਾਹੀਦੀ ਆ। ਰਾਜਪੁਰੇ ਦੇ ਪਿੰਡਾਂ ਦੇ ਨੇੜੇ ਇਹ ਜ਼ਮੀਨ ਕਿਵੇਂ ਹੜੱਪੀ ਗਈ ਆ, ਮੈਂ ਲਗਭਗ ਉਹਦੇ ਕਾਗਜ਼ ਜਿਹੜੇ ਆ ਉਹ ਇਕੱਠੇ ਕਰ ਲਏ ਆ। ਆਉਂਦੇ ਦਿਨਾਂ ਦੇ ਦੌਰਾਨ ਉਹਦਾ ਪੂਰਾ ਵਿਸਥਾਰਤ ਖੁਲਾਸਾ ਤੁਹਾਡੇ ਨਾਲ ਕਰਾਂਗੇ ਕਿ ਕਿਵੇਂ ਸਾਰੇ ਦਫ਼ਤਰ ਕੋਈ ਉਹਦੇ ਵਿੱਚ ਸੁਣ ਨਹੀਂ ਰਿਹਾ ਉਹਨਾਂ ਨੂੰ, ਔਰ ਕਿੰਨੀ ਜ਼ਮੀਨ ਹੈ ਇਹ ਜਿਹੜੀ ਜਬਰੀ ਲੋਕਾਂ ਤੋਂ ਖੋਹੀ ਗਈ ਹੈ ਇੱਕ ਕਿਸਮ ਦੇ ਨਾਲ। ਉਹ ਇੰਡਸਟਰੀ ਦੇ ਨਾਂ ਦੇ ਹੇਠ ਇਕੱਠੀ ਕੀਤੀ ਜਾ ਰਹੀ ਹੈ। ਕਿੰਨੀ ਕੁ ਇੰਡਸਟਰੀ ਪਿਛਲੇ 20 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਨਵੀਂ ਆਈ ਹੈ। ਤੁਹਾਡੇ ਕੋਲੇ ਬਿਜਲੀ ਕੰਪਨੀਆਂ ਦਾ ਤਾਂ ਹੱਲ ਨਹੀਂ ਹੋ ਰਿਹਾ, ਕੋਲਾ ਉਹਨਾਂ ਦੇ ਕੋਲੇ ਨਹੀਂ ਹੈਗਾ। ਤੁਸੀਂ ਇੰਡਸਟਰੀ ਇਹ ਸਮਿਟ ਇਸ ਤਰ੍ਹਾਂ ਦੇ ਕਰਵਾ ਕੇ ਕਿਵੇਂ ਇੰਡਸਟਰੀ ਲੈ ਆਓਗੇ? ਬੜੀ ਹੈਰਾਨਗੀ ਵਾਲੀ ਗੱਲ ਜਿਹੜੀ ਉਹ ਦਿਸ ਰਹੀ ਆ। ਪੰਜਾਬ ਦੇ ਸਰਕਾਰੀ ਦਫ਼ਤਰ ਕਰਪਸ਼ਨ ਦਾ ਅੱਡਾ ਬਣੇ ਪਏ ਆ। ਚਰਨਜੀਤ ਸਿੰਘ ਚੰਨੀ ਜੀ, ਜੇ ਕਰ ਸਕਦੇ ਹੋ ਤੁਸੀਂ ਇਹ ਰਹਿਣ ਦਿਓ, ਸਮਿਟ ਰਹਿਣ ਦਿਓ। ਐਤਕੀ ਕੋਈ ਐਵੇਂ ਪੈਸਾ ਲੋਕਾਂ ਦਾ ਬਰਬਾਦ ਨਾ ਕਰੋ। ਤੁਸੀਂ ਇੰਡਸਟਰੀਅਲਿਸਟ ਨੂੰ ਸੱਦ ਕੇ ਐਵੇਂ ਸੁਪਨੇ ਵਿਖਾਓਗੇ, ਲੱਖਾਂ ਰੁਪਈਆ ਰੋੜਿਆ ਜਾਊਗਾ ਪਾਣੀ ਵਾਂਗੂ। ਹੋਣਾ ਹਾਣਾ ਇਹਦਾ ਕੱਖ ਨਹੀਂ। ਜੇ ਕਰ ਸਕਦੇ ਹੋ ਤੇ ਪਹਿਲਾਂ ਪੰਜਾਬ ਦੇ ਸਰਕਾਰੀ ਦਫ਼ਤਰਾਂ ਨੂੰ ਕਰਪਸ਼ਨ ਰਹਿਤ ਕਰਨ ਵੱਲ ਕੋਈ ਸਟੈਪ ਚੁੱਕੋ। ਪੰਜਾਬ ਦੇ ਸ਼ਹਿਰ ਛੱਡੋ, ਕਸਬੇ ਛੱਡੋ, ਪਿੰਡ ਛੱਡੋ, ਗਲੀਆਂ ਦੇ ਵਿੱਚ ਚੇਨ ਸਨੇਚਰ ਫਿਰਦੇ ਆ। ਉਹ ਮਿੰਟ ਲਾਉਂਦੇ ਆ, ਚੇਨ ਖਿੱਚ ਕੇ ਲੈ ਜਾਂਦੇ ਆ, ਮਿੰਟ ਲਾਉਂਦੇ ਆ, ਵਾਲੀਆਂ ਖਿੱਚ ਕੇ ਲੈ ਜਾਂਦੇ ਆ। ਜਿਹੜੀ SSPs ਦੀ ਮੀਟਿੰਗ ਹੁੰਦੀ ਸੀ ਮੰਥਲੀ, ਜਿਹਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਂਦਾ ਸੀਗਾ ਕਿ ਤੁਹਾਡੇ ਏਰੀਏ ਦੇ ਵਿੱਚ ਕਿਹੜਾ ਕ੍ਰਾਈਮ ਕਿੰਨਾ ਵਧਿਆ, ਉਹ ਦੁਬਾਰਾ ਸ਼ੁਰੂ ਕਰੋ SSPs ਦੀ ਮੀਟਿੰਗ, ਤਾਂ ਕਿ ਨੱਥ ਪਾਈ ਜਾ ਸਕੇ ਇਸ ਮਾਮਲੇ ਦੇ ਉੱਤੇ। ਲੋਕ ਅਨਸੇਫ ਹੋਏ ਪਏ ਆ। ਤੁਸੀਂ ਕਿਹੜੇ ਸਮਿਟ ਦੀ ਗੱਲ ਕਰ ਰਹੇ ਹੋ? ਕਿਹੜੇ ਤੁਹਾਨੂੰ ਆਲੇ ਦੁਆਲੇ ਤੁਹਾਡੇ ਉਹ ਟੋਲਾ ਇਕੱਠਾ ਹੋ ਗਿਆ ਜਿਹੜਾ ਤੁਹਾਨੂੰ ਗੁੰਮਰਾਹ ਕਰ ਰਿਹਾ। ਤੁਹਾਡੀਆਂ ਐਡਾਂ ਚੱਲ ਰਹੀਆਂ ਨੇ ਰੇਡੀਓ ਦੇ ਉੱਤੇ ਕਿ ਸੁੰਡੀ ਦੇ ਮਾਰੇ ਕਿਸਾਨਾਂ ਦੀ ਬਾਂਹ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਫੜ ਲਈ। ਉਹ ਜੇ ਬਾਂਹ ਫੜੀ ਹੁੰਦੀ ਤਾਂ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਘਰ ਘੇਰ ਕੇ ਇੰਨੇ ਦਿਨਾਂ ਤੋਂ ਕਿਉਂ ਬਹਿੰਦੇ? ਕਿਸਾਨਾਂ ਦਾ ਸੱਚਾ ਹਮਦਰਦ, ਘਰ ਘਰ ਦੇ ਵਿੱਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਚਰਨਜੀਤ ਸਿੰਘ ਚੰਨੀ ਜੀ, ਵਿਦ ਡਿਊ ਰਿਸਪੈਕਟ, ਕਿਹੜੇ ਮਸਲੇ ਨੇ ਕਿਸਾਨਾਂ ਦੇ ਜਿਹੜੇ ਤੁਸੀਂ ਮੁੱਖ ਮੰਤਰੀ ਬਣਨ ਤੋਂ ਬਾਅਦ ਹੱਲ ਕਰ ਦਿੱਤੇ ਨੇ? ਉਹ ਕਿਹੜੇ ਮਸਲੇ ਨੇ ਇੰਡਸਟਰੀ ਵਾਲਿਆਂ ਦੇ, ਜਿਹੜੀ ਪਹਿਲਾਂ ਚੱਲਦੀ ਇੰਡਸਟਰੀ ਆ, ਜਿਹੜੇ ਤੁਸੀਂ ਮੁੱਖ ਮੰਤਰੀ ਬਣਨ ਤੋਂ ਬਾਅਦ ਹੱਲ ਕਰ ਦਿੱਤੇ ਨੇ? ਪੰਜਾਬ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ ਕਿੰਨੀ ਕਰਪਸ਼ਨ ਘਟੀ ਆ, ਉਹਦੇ ਵਾਸਤੇ ਤੁਸੀਂ ਕੀ ਸਟੈਪ ਚੁੱਕੇ ਨੇ? ਜੇ ਤੁਸੀਂ ਇਹ ਐਡਵਰਟਾਈਜ਼ਮੈਂਟ ਕਰੋਗੇ ਤਾਂ ਲੋਕਾਂ ਨੂੰ ਯਕੀਨ ਆਊਗਾ। ਅੱਜ ਹੋਰਡਿੰਗਸ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਫੋਟੋ ਪਾਸੇ ਕਰਕੇ ਤੁਹਾਡੀ ਫੋਟੋ ਲਾ ਦਿੱਤੀ ਗਈ ਆ। ਅਖਬਾਰਾਂ ਦੇ ਵਿੱਚ ਜਿਹੜੀਆਂ ਐਡਵਰਟਾਈਜ਼ਮੈਂਟ ਚੱਲਦੀਆਂ ਨੇ ਉਹਦੇ 'ਤੇ ਤੁਹਾਡੀ ਫੋਟੋ ਆ ਗਈ ਆ। ਬਣਦੀ ਸੀ, ਤੁਸੀਂ ਮੁੱਖ ਮੰਤਰੀ ਹੋ। ਰੇਡੀਓ 'ਤੇ ਚੱਲ ਰਹੀਆਂ ਐਡਾਂ ਦੇ ਵਿੱਚ ਤੁਹਾਡਾ ਨਾਮ ਆ ਗਿਆ, ਆਉਣਾ ਹੀ ਸੀ, ਮੁੱਖ ਮੰਤਰੀ ਬਣ ਗਏ। ਬਦਲਿਆ ਹਾਲ ਦੀ ਘੜੀ ਕੁਛ ਨਹੀਂ। ਤੁਹਾਨੂੰ ਸਮਾਂ ਬਹੁਤ ਥੋੜ੍ਹਾ ਹੋਇਆ ਅਜੇ,
ਇਹ ਨਹੀਂ ਹੈ ਕਿ ਓਵਰਨਾਈਟ ਬਦਲ ਜਾਂਦਾ, ਪਰ ਜਿਹੋ ਜੀ ਐਡਵਰਟਾਈਜ਼ਮੈਂਟ ਆ ਰਹੀ ਹੈ ਮੁੱਖ ਮੰਤਰੀ ਸਾਹਿਬ, ਉਹਦੇ ਤੋਂ ਲੱਗਦਾ ਇਉਂ ਆ ਕਿ ਇਹ ਫੂਕ ਚੁਕਾਉਣ ਵਾਲਾ ਮਹਿਕਮਾ ਤੁਹਾਡੇ ਆਲੇ ਦੁਆਲੇ ਇਕੱਠਾ ਹੋ ਗਿਆ। ਇਹ ਤੁਹਾਨੂੰ ਇਹਨਾਂ ਐਡਵਰਟਾਈਜ਼ਮੈਂਟ, ਇਹਨਾਂ ਹੋਰਡਿੰਗਸ ਦੇ ਵਿੱਚ ਉਲਝਾ ਕੇ ਤੁਹਾਨੂੰ ਕੰਮ ਨਹੀਂ ਕਰਨ ਦੇਊਗਾ। ਮੁਫਤ ਦੀ ਸਲਾਹ ਸੀ, ਚੰਗੀ ਲੱਗੇ ਤੇ ਪੰਜਾਬੀਆਂ ਦੀ ਬਿਹਤਰੀ ਦੇ ਵਾਸਤੇ, ਪੰਜਾਬ ਦੀ ਬਿਹਤਰੀ ਦੇ ਵਾਸਤੇ ਮੰਨ ਲੈਣਾ। ਰੇਤ ਮਾਫੀਆ ਉੱਦਾਂ ਹੀ ਕੰਮ ਕਰੀ ਜਾਂਦਾ, ਸ਼ਰਾਬ ਮਾਫੀਆ ਉੱਦਾਂ ਹੀ ਕੰਮ ਕਰੀ ਜਾਂਦਾ। ਜੇ ਕਿਸੇ ਪਾਸੇ ਤੋਂ ਰੈਵਨਿਊ ਨਹੀਂ ਆਉਣਾ ਤੇ ਰੈਵਨਿਊ ਦੀ ਆਸ ਵੱਜੀ ਤਾਂ ਅੱਜ ਟਰਾਂਸਪੋਰਟ ਮਹਿਕਮੇ ਤੋਂ ਥੋੜੀ ਵੱਧ ਰਹੀ ਆ ਕਿ ਉਹਨਾਂ ਨੂੰ ਟੈਕਸ ਭਰਨਾ ਪਊਗਾ। ਜਿਹੜੀਆਂ ਸਰਕਾਰੀ ਬੱਸਾਂ ਚੱਲਦੀਆਂ ਨੇ ਉਹਦੇ 'ਚ ਸਵਾਰੀ ਵਧੂਗੀ ਕਿਉਂਕਿ ਉਹ ਲੀਗਲੀ ਤੌਰ ਦੇ ਉੱਤੇ ਚੱਲ ਰਹੀਆਂ ਨੇ, ਤਾਂ ਉਹ ਰੈਵਨਿਊ ਕੁਝ ਜਨਰੇਟ ਹੋਊਗਾ। ਜੇ ਤੁਹਾਨੂੰ ਲੱਗੇ ਕਿ ਇਹ ਵਿਚਾਰ ਸੁਝਾਅ ਜਾਂ ਇਹ ਸਾਰੀ ਅਪਡੇਟ ਜਿਹੜੀ ਆ ਠੀਕ ਹੈ, ਤਾਂ ਕਾਈਂਡਲੀ ਤੁਸੀਂ ਇਹਨੂੰ ਅੱਗੇ ਸ਼ੇਅਰ ਕਰਨ ਦੀ ਖੇਚਲ ਕਰਨਾ। ਚੈਨਲ ਤੁਸੀਂ ਸਬਸਕ੍ਰਾਈਬ ਕੀਤਾ ਤਾਂ ਬਹੁਤ ਵਧੀਆ, ਨਹੀਂ ਕੀਤਾ ਖੁਦ ਸਬਸਕ੍ਰਾਈਬ ਕਰ ਲੈਣਾ ਤੇ ਅੱਗੇ ਸਬਸਕ੍ਰਾਈਬ ਕਰਨ ਦੇ ਵਾਸਤੇ ਜ਼ਰੂਰ ਕਹਿ ਦੇਣਾ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।